ਹੈਲੋ एवरीवन ਵੈਲਕਮ ਟੂ ਮਾਈ ਚੈਨਲ ਮੈਥਸ ਵਿਦ ਤਾਨੀਆ ਜਿੰਦਲ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੜਾਂਗੇ ਡਾਇਨਾਮਿਕਸ ਬਾਰੇ। ਠੀਕ ਹੈ, ਡਾਇਨਾਮਿਕਸ ਜੋ ਹੈ ਇਹ ਆਪਣਾ ਮੈਥਸ 4th ਸਮੈਸਟਰ ਦੇ ਵਿੱਚ ਆਂਦਾ ਹੈ। ਡਾਇਨਾਮਿਕਸ ਮੈਥ 3rd ਸਮੈਸਟਰ ਦੇ ਵਿੱਚ ਆਪਾਂ ਪੜ੍ਹਿਆ ਸੀ ਸਟੈਟਿਕਸ। ਹੁਣ 4th ਸਮੈਸਟਰ ਦੇ ਵਿੱਚ ਆਪਾਂ ਪੜਾਂਗੇ ਡਾਇਨਾਮਿਕਸ। ਸਟੈਟਿਕਸ ਤੇ ਡਾਇਨਾਮਿਕਸ ਦੇ ਵਿੱਚ ਫ਼ਰਕ ਕੀ ਹੈ ਆਪਾਂ ਇਹ ਦੇਖ ਲੈਂਦੇ ਹਾਂ। ਠੀਕ ਹੈ, ਜੋ ਸਟੈਟਿਕਸ ਹੈ, ਸਟੈਟਿਕਸ ਦੇ ਵਿੱਚ ਆਪਾਂ ਉਹਨਾਂ ਪ੍ਰੋਬਲਮਸ ਦੇ ਨਾਲ ਡੀਲ ਕਰਦੇ ਹਾਂ ਜਿਸ ਦੇ ਵਿੱਚ ਆਪਣੀ ਜੋ ਬੋਡੀਜ਼ ਹੁੰਦੀਆਂ ਨੇ ਉਹ ਮੋਸ਼ਨ ਦੇ ਵਿੱਚ ਨਹੀਂ ਹੁੰਦੀਆਂ। ਮੀਨਸ ਸਟੈਟਿਕਸ ਦੇ ਵਿੱਚ ਬੋਡੀ ਕੀ ਹੁੰਦੀਆਂ ਨੇ, ਰੈਸਟ ਦੇ ਵਿੱਚ ਹੁੰਦੀਆਂ ਨੇ। ਠੀਕ ਹੈ, ਔਰ ਡਾਇਨਾਮਿਕਸ ਦੇ ਵਿੱਚ ਆਪਾਂ ਉਹਨਾਂ ਪ੍ਰੋਬਲਮਸ ਦੇ ਨਾਲ ਡੀਲ ਕਰਦੇ ਹਾਂ ਜਿਨ੍ਹਾਂ ਵਿੱਚ ਬੋਡੀਜ਼ ਕੀ ਹੁੰਦੀਆਂ ਨੇ, ਮੋਸ਼ਨ ਦੇ ਵਿੱਚ ਹੁੰਦੀਆਂ ਨੇ। ਠੀਕ ਹੈ, ਅਗਰ ਬੋਡੀਜ਼ ਮੋਸ਼ਨ ਦੇ ਵਿੱਚ ਹੋਣ ਤਾਂ ਉਹ ਪ੍ਰੋਬਲਮਸ ਕਿਹਦੇ ਅੰਡਰ ਆਉਂਦੀਆਂ ਨੇ, ਡਾਇਨਾਮਿਕਸ ਬ੍ਰਾਂਚ ਅੰਡਰ ਆਉਂਦੀਆਂ ਨੇ। ਔਰ ਅਗਰ ਬੋਡੀਜ਼ ਰੈਸਟ ਦੇ ਵਿੱਚ ਹੋਣ ਤਾਂ ਉਹ ਪ੍ਰੋਬਲਮਸ ਕਿਹਦੇ ਅੰਡਰ ਆਉਂਦੀਆਂ ਨੇ, ਸਟੈਟਿਕਸ ਬ੍ਰਾਂਚ ਦੇ ਵਿੱਚ ਆਉਂਦੀਆਂ ਨੇ। ਹੁਣ ਆਪਾਂ ਡਾਇਨਾਮਿਕਸ ਦੀ ਗੱਲ ਕਰਨੀ ਆ, ਮਤਲਬ ਹੁਣ ਬੋਡੀਜ਼ ਜੋ ਹੋਣਗੀਆਂ ਉਹ ਮੋਸ਼ਨ ਦੇ ਵਿੱਚ ਹੀ ਹੋਣਗੀਆਂ। ਅੱਛਾ, ਇੱਕ ਆਪਾਂ ਜੋ ਵਰਡ ਡਿਸਕਸ ਕਰ ਰਹੇ ਹਾਂ ਰੈਸਟ ਤੇ ਮੋਸ਼ਨ। ਠੀਕ ਹੈ, ਇੱਕ ਇੰਪੋਰਟੈਂਟ ਚੀਜ਼ ਹੈ ਇਹਨਾਂ ਬਾਰੇ ਕਿ ਰੈਸਟ ਤੇ ਮੋਸ਼ਨ ਦੋਨੋਂ ਕੀ ਹੈ, ਇੱਕ ਰਿਲੇਟਿਵ ਟਰਮਸ ਨੇ। ਹੁਣ ਰਿਲੇਟਿਵ ਟਰਮਸ ਦਾ ਮਤਲਬ ਕੀ ਹੈ ਇਹ ਸਮਝੋ। ਰੈਸਟ ਐਂਡ ਮੋਸ਼ਨ ਆਰ ਰਿਲੇਟਿਵ ਟਰਮਸ। ਰਿਲੇਟਿਵ ਟਰਮਸ ਦਾ ਮਤਲਬ ਕੀ ਹੈ, ਸਪੋਜ਼ ਇੱਕ ਐਗਜ਼ਾਮਪਲ ਲੈਂਦੇ ਆਪਾਂ। ਸਪੋਜ਼ ਸੀਤਾ ਤੇ ਗੀਤਾ ਦੋਨੋਂ ਕਾਰ ਦੇ ਵਿੱਚ ਬੈਠੇ ਆ ਔਰ ਕਿਤੇ ਜਾ ਰਹੇ ਨੇ, ਕਾਰ ਮੂਵ ਕਰ ਰਹੀ ਹੈ, ਉਹ ਕਿਤੇ ਜਾ ਰਹੇ ਨੇ ਔਰ ਰਾਮ ਬਾਹਰ ਖੜਾ ਹੈ। ਠੀਕ ਹੈ, ਹੁਣ ਸੀਤਾ ਤੇ ਗੀਤਾ ਦੋਨੋਂ ਕਾਰ ਦੇ ਅੰਦਰ ਬੈਠੇ ਆ ਤੇ ਕਾਰ ਚੱਲ ਰਹੀ ਹੈ। ਸੀਤਾ ਦੇ ਅਕੋਰਡਿੰਗ ਗੀਤਾ ਬੈਠੀ ਹੈ, ਰੈਸਟ ਦੇ ਵਿੱਚ ਹੈ, ਔਰ ਗੀਤਾ ਦੇ ਅਕੋਰਡਿੰਗ ਸੀਤਾ ਵੀ ਬੈਠੀ ਹੈ, ਰੈਸਟ ਦੇ ਵਿੱਚ ਹੈ। ਮਤਲਬ ਉਹਨਾਂ ਦੋਨਾਂ ਦੇ ਅਕੋਰਡਿੰਗ ਉਹ ਰੈਸਟ ਦੇ ਵਿੱਚ ਨੇ। ਠੀਕ ਹੈ, ਬਟ ਰਾਮ ਜੋ ਬਾਹਰ ਖੜਾ ਹੈ ਉਹਦੇ ਅਕੋਰਡਿੰਗਲੀ ਸੀਤਾ ਔਰ ਗੀਤਾ ਕਾਰ ਦੇ ਅੰਦਰ ਬੈਠੇ ਮੂਵ ਕਰ ਰਹੇ ਨੇ। ਮਤਲਬ ਰਾਮ ਦੇ ਅਕੋਰਡਿੰਗਲੀ ਸੀਤਾ ਔਰ ਗੀਤਾ ਮੋਸ਼ਨ ਦੇ ਵਿੱਚ ਨੇ। ਰਾਈਟ, ਮੀਨਸ ਇਹ ਕਹਿਣਾ ਚਾਹ ਰਹੀ ਹਾਂ ਮੈਂ ਕਿ ਜੋ ਸੀਤਾ ਹੈ ਉਹ ਗੀਤਾ ਦੇ ਅਕੋਰਡਿੰਗ ਤਾਂ ਰੈਸਟ ਦੇ ਵਿੱਚ ਹੈ ਬਟ ਰਾਮ ਦੇ ਅਕੋਰਡਿੰਗ ਮੋਸ਼ਨ ਦੇ ਵਿੱਚ ਹੈ। ਮੀਨਸ ਕੋਈ ਥਿੰਗ, ਕੋਈ ਬੋਡੀ ਇੱਕ ਪਰਸਨ ਦੇ ਵਿਦ ਰਿਸਪੈਕਟ ਟੂ ਰੈਸਟ ਦੇ ਵਿੱਚ ਹੋ ਸਕਦੀ ਹੈ ਪਰ ਦੂਸਰੇ ਪਰਸਨ ਦੇ ਵਿਦ ਰਿਸਪੈਕਟ ਟੂ ਸੇਮ ਬੋਡੀ ਮੋਸ਼ਨ ਦੇ ਵਿੱਚ ਵੀ ਹੋ ਸਕਦੀ ਹੈ। ਇਸ ਦਾ ਮਤਲਬ ਕੀ ਹੈ ਕਿ ਰੈਸਟ ਔਰ ਮੋਸ਼ਨ ਰਿਲੇਟਿਵ ਟਰਮਸ ਨੇ। ਠੀਕ ਹੈ, ਇਹ ਚੀਜ਼ ਸੀ। ਇੱਕ ਆਪਾਂ ਹੋਰ ਟਰਮ ਡਿਸਕਸ ਕਰਦੇ ਹਾਂ, ਡਿਸਟੈਂਸ ਐਂਡ ਡਿਸਪਲੇਸਮੈਂਟ। ਡਿਸਟੈਂਸ ਕੀ ਹੁੰਦਾ ਐਂਡ ਡਿਸਪਲੇਸਮੈਂਟ ਕੀ ਹੁੰਦਾ, ਇਹਨਾਂ ਦੋਨਾਂ ਵਿੱਚ ਫ਼ਰਕ ਕੀ ਹੈ ਇਹ ਚੀਜ਼ ਆਪਾਂ ਡਿਸਕਸ ਕਰਦੇ ਹਾਂ ਇੱਕ ਐਗਜ਼ਾਮਪਲ ਨਾਲ। ਸਪੋਜ਼ ਕੋਈ ਬੋਡੀ ਹੈ, ਉਸਨੇ ਉਹ ਪੁਆਇੰਟ ਤੋਂ ਚੱਲਣਾ ਸਟਾਰਟ ਕੀਤਾ। ਉਹ ਪੁਆਇੰਟ ਤੋਂ ਚੱਲ ਕੇ ਉਹ ਬੋਡੀ ਏ ਪੁਆਇੰਟ ਵੱਲ ਗਈ ਔਰ ਏ ਪੁਆਇੰਟ ਤੋਂ ਚੱਲ ਕੇ ਉਹ ਬੋਡੀ ਬੀ ਪੁਆਇੰਟ ਵੱਲ, ਫਿਰ ਬੀ ਤੋਂ ਚੱਲ ਕੇ ਉਹ ਸੀ ਪੁਆਇੰਟ ਨਾਲ ਵੱਲ ਗਈ ਔਰ ਸੀ ਤੋਂ ਫਿਰ ਵਾਪਿਸ ਉਹ ਬੀ ਪੁਆਇੰਟ 'ਤੇ ਆਈ ਔਰ ਰੁਕ ਗਈ। ਠੀਕ ਹੈ, ਓ ਤੋਂ ਪਹਿਲਾਂ ਏ 'ਤੇ ਗਈ, ਏ ਤੋਂ ਫਿਰ ਬੀ 'ਤੇ ਗਈ, ਬੀ ਤੋਂ ਸੀ 'ਤੇ ਗਈ, ਸੀ ਤੋਂ ਬੀ 'ਤੇ ਗਈ ਔਰ ਇੱਥੇ ਬੀ 'ਤੇ ਆ ਕੇ ਉਹ ਬੋਡੀ ਜੋ ਹੈ ਉਹ ਰੁਕ ਗਈ ਇਸ ਬੀ ਪੁਆਇੰਟ 'ਤੇ। ਠੀਕ ਹੈ, ਮੀਨਸ ਉਹਨੇ ਟੋਟਲ ਜੋ ਡਿਸਟੈਂਸ ਟਰੈਵਲ ਕੀਤਾ, ਟੋਟਲ ਜੋ ਦੂਰੀ ਉਹਨੇ ਟਰੈਵਲ ਕੀਤੀ ਉਹ ਕਿੰਨੀ ਹੈ, ਉਹ ਦੂਰੀ ਹੈ ਓ ਏ ਪਲਸ ਏ ਬੀ ਪਲਸ ਬੀ ਸੀ ਪਲਸ ਸੀ ਬੀ। ਇੰਨੀ ਦੂਰੀ ਉਹਨੇ ਤੈਅ ਕੀਤੀ ਔਰ ਉਹ ਕਿੰਨੀ ਹੋ ਗਈ, ਓ ਏ 1 ਹੈ, ਏ ਬੀ 2 ਹੈ, ਬੀ ਸੀ 1 ਹੈ, ਸੀ ਬੀ 1 ਹੈ। ਟੋਟਲ 5 ਮੀਟਰ ਦੀ ਜੋ ਹੈ ਉਹ ਆਪਣੀ ਦੂਰੀ ਹੋ ਗਈ। ਬਟ ਬੋਡੀ ਨੇ ਸਟਾਰਟ ਕਿਸ ਪੁਆਇੰਟ ਤੋਂ ਕੀਤਾ, ਓ ਪੁਆਇੰਟ ਤੋਂ, ਰੁਕੀ ਕਿੱਥੇ ਆ ਕੇ, ਬੀ ਪੁਆਇੰਟ 'ਤੇ। ਮੀਨਸ ਇਹ ਆਪਣੀ ਓ ਜੋ ਹੈ ਉਹ ਆਪਣੀ ਇਨੀਸ਼ੀਅਲ ਪੋਜੀਸ਼ਨ, ਬੀ ਜੋ ਹੈ ਉਹ ਆਪਣੀ ਫਾਈਨਲ ਪੋਜੀਸ਼ਨ। ਇਨੀਸ਼ੀਅਲ ਅਤੇ ਫਾਈਨਲ ਪੋਜੀਸ਼ਨ ਦੇ ਵਿੱਚ ਡਿਸਟੈਂਸ ਉਹ ਕੀ ਹੁੰਦੀ ਹੈ, ਡਿਸਪਲੇਸਮੈਂਟ। ਹੁਣ ਓ ਅਤੇ ਬੀ ਦੇ ਵਿੱਚ ਜੋ ਡਿਸਟੈਂਸ ਹੈ ਉਹ ਕਿੰਨਾ, ਓ ਏ ਪਲਸ ਏ ਬੀ, ਤਾਂ ਇਹ ਕੀ ਹੋਊਗੀ ਆਪਣੀ ਡਿਸਪਲੇਸਮੈਂਟ। ਡਿਸਪਲੇਸਮੈਂਟ ਇਜ਼ ਦ ਡਿਸਟੈਂਸ ਬਿਟਵੀਨ ਦ ਸ਼ਾਰਟੈਸਟ ਡਿਸਟੈਂਸ, ਡਿਸਪਲੇਸਮੈਂਟ ਇਜ਼ ਦ ਸ਼ਾਰਟੈਸਟ ਡਿਸਟੈਂਸ ਬਿਟਵੀਨ ਦ ਇਨੀਸ਼ੀਅਲ ਐਂਡ ਫਾਈਨਲ ਪੋਜੀਸ਼ਨ and which is equal to OA plus AB। in this example OA 1 मीटर है, AB 2 मीटर है, तो 1 plus 2 is equal to 3 मीटर। तो डिस्प्लेसमेंट की होगी 3 मीटर और डिस्टेंस की होगी अपने को 5 मीटर। ठीक है, डिस्टेंस होगी ओवरऑल जो दूरी एक पार्टिकल ने तय की वो हो गया डिस्टेंस। डिस्प्लेसमेंट की हो गया, इट इज़ द शॉर्टेस्ट डिस्टेंस बिटवीन द इनिशियल एंड फाइनल पोजिशन। राइट, ਹੁਣ ਆਪਾਂ ਅੱਗੇ ਵਿਲੋਸਿਟੀ ਔਰ ਐਕਸੀਲਰੇਸ਼ਨ, ਹੁਣ ਦੋ ਟਰਮਸ ਆਉਣਗੇ ਵਿਲੋਸਿਟੀ ਔਰ ਐਕਸੀਲਰੇਸ਼ਨ। ਦੇਖਦੇ ਆ ਕਿ ਵਿਲੋਸਿਟੀ ਕੀ ਹੁੰਦੀ ਹੈ, ਐਕਸੀਲਰੇਸ਼ਨ ਕੀ ਹੁੰਦੀ ਹੈ, ਇਹ ਚੀਜ਼ ਡਿਸਕਸ ਕਰਦੇ ਹਾਂ। ਵਿਲੋਸਿਟੀ ਕੀ ਹੁੰਦੀ ਹੈ,
डिसप्लेसमेंट द रेट ऑफ चेंज की होंगी है विलोसिटी। विलोसिटी इज द रेट ऑफ चेंज ऑफ डिसप्लेसमेंट। और रेट ऑफ चेंज किस ऑपरेटर नाल मेजर करते हैं, आप डेरीवेटिव नाल मेजर करते हैं। डेरीवेटिव गिव्स अस रेट ऑफ चेंज। तो डिसप्लेसमेंट द रेट ऑफ चेंज मीनस डिसप्लेसमेंट द डेरीवेटिव की होएगा विलोसिटी। डिसप्लेसमेंट नूं आपां एस नाल रिप्रेजेंट करांगे, ठीक है। तो आ एस की है डिसप्लेसमेंट। इस डिसप्लेसमेंट का डेरीवेटिव की होएगा विलोसिटी, ठीक है। और जो विलोसिटी है, विलोसिटी एक वैक्टर क्वांटिटी है, मीनस विलोसिटी दी मैगनीट्यूड भी होंदी है और विलोसिटी दी डायरैक्शन भी होंदी है, ठीक है। भी बॉडी किस डायरैक्शन वाल मूव कर रही है, नॉर्थ वाल, ईस्ट वाल, लैफ्ट की तरफ, राइट की तरफ, किस डायरैक्शन वाल मूव कर रही है, ये भी जो है वो विलोसिटी के अंदर ही आ जाता है। विलोसिटी इज़ अ वैक्टर क्वांटिटी, ठीक है। और जो स्पीड है, स्पीड की होंदा है विलोसिटी दी मैगनीट्यूड नू स्पीड कह देंगे है, ठीक है। इट इज़ द मैगनीट्यूड ऑफ विलोसिटी। और जो स्पीड है वो की है, एक स्केलर क्वांटिटी है स्पीड, ठीक है। तो आई होप तुहानू विलोसिटी बारे समझ आ गया कि विलोसिटी की है, इट इज़ द रेट ऑफ चेंज ऑफ डिसप्लेसमेंट। डिसप्लेसमेंट द डेरीवेटिव की है विलोसिटी। नैक्सट आपां एक्सीलरेशन बारे गल करदे कि एक्सीलरेशन की है। एक्सीलरेशन की है, इट इज़ द रेट ऑफ चेंज ऑफ विलोसिटी। विलोसिटी द डेरीवेटिव की होएगा एक्सीलरेशन। विलोसिटी द डेरीवेटिव की होएगा एक्सीलरेशन, ठीक है। इट इज़ द रेट ऑफ चेंज ऑफ विलोसिटी विद रिस्पेक्ट टू वट टाइम। ਜਦੋਂ ਆਪਾਂ ਵਿਲੋਸਿਟੀ ਦੀ ਗੱਲ ਕੀਤੀ ਸੀ, ਇਟ ਇਜ਼ ਰੇਟ ਆਫ ਚੇਂਜ ਆਫ ਡਿਸਪਲੇਸਮੈਂਟ ਵਿਦ ਰਿਸਪੈਕਟ ਟੂ ਵਟ ਟਾਈਮ। ਵਿਲੋਸਿਟੀ ਜੋ ਹੈ ਉਹ ਕਿਹਦੇ ਬਰਾਬਰ ਹੁੰਦੀ ਹੈ, ds अपॉन dt ਦੇ, मतलब डेरीवेटिव ऑफ डिसप्लेसमेंट विद रिस्पेक्ट टू टाइम। और जो एक्सीलरेशन है वो किहदे बराबर हुंदा, वो dv अपॉन dt दे बराबर हुंदा, रेट ऑफ चेंज ऑफ विलोसिटी, मतलब डेरीवेटिव ऑफ विलोसिटी विद रिस्पेक्ट टू टाइम, ठीक है। तो एक्सीलरेशन की हो गया रेट ऑफ चेंज ऑफ विलोसिटी dv अपॉन dt, या इत्थे v की वैल्यू भर देंगे d अपॉन dt। v की वैल्यू की है ds अपॉन dt, तो ये चीज़ की बन जू d स्क्वायर s अपॉन dt स्क्वायर। तो एक्सीलरेशन dv अपॉन dt के इक्वल भी होंगे, d स्क्वायर s अपॉन dt स्क्वायर के भी इक्वल होंगे, ठीक है। और इत्थे एक होर गल है, वर्ड आंदा रिटार्डेशन। रिटार्डेशन की होंगे वो देखो, अगर कोई पार्टिकल इस तरह रुके कि उसकी विलोसिटी घट रही है, ठीक है, पहला बहुत तेज़ आ रहा सी, फिर विलोसिटी घट रही है, इस तरह रुके। लाइक आप ब्रेक लगाने, जो ब्रेक लगाने अपनी जो स्पीड है, विलोसिटी है, वो घटती है ना, तो उस केस के विच जो एक्सीलरेशन होंदा वो नैगेटिव होंदा, उसनों आपां रिटार्डेशन भी कह दिंदे आ, ठीक है। कीवर्ड यूज़ करते हैं रिटार्डेशन। जो एक्सीलरेशन नैगेटिव हो तो उसनों आपां एक्सीलरेशन ही रिटार्डेशन कहने आ, ठीक है। और उस तो बाद, हाँ, उस तो बाद टर्म आती है यूनीफॉर्म विलोसिटी एंड यूनीफॉर्म एक्सीलरेशन, ठीक है। आपां की चीज़ां डिस्कस कर चुके हुण तक, स्टैटिक्स बारे पढ़ लिया, डायनामिक्स बारे पढ़ लिया। स्टैटिक्स वो प्रॉब्लम नाल डील करदे आ जदों बॉडीज़ रेस्ट च होण, डायनामिक्स वो प्रॉब्लम नाल डील करदे आ जदों बॉडीज़ मोशन दे विच होण। रेस्ट और मोशन रैलेटिव टर्म्स है। रैलेटिव टर्म्स का मतलब की है ये भी तुहानूं दसता। डिस्टेंस और डिसप्लेसमेंट बारे पढ़ लिया, राइट। डिस्टेंस की है, टोटल जो दूरी तय की है वो डिस्टेंस, बट डिसप्लेसमेंट की है, इट इज़ द शॉर्टेस्ट डिस्टेंस बिटवीन द इनीशियल एंड द फाइनल पोजीशन। उस तो इलावा आपां होर किस चीज़ बारे पढ़िया, आपां विलोसिटी दी एक्सीलरेशन बारे पढ़िया। विलोसिटी की है, इट इज़ द रेट ऑफ चेंज ऑफ डिसप्लेसमेंट ds अपॉन dt। और एक्सीलरेशन की है, इट इज़ द रेट ऑफ चेंज ऑफ विलोसिटी, मतलब dv अपॉन dt, या आप d स्क्वायर s अपॉन dt स्क्वायर भी कह सकते हैं। हुण आपां दो होर टर्म्स बारे पढ़ रहे हैं, वो है यूनीफॉर्म विलोसिटी एंड यूनीफॉर्म एक्सीलरेशन। यूनीफॉर्म विलोसिटी की है, अगर आपां इक्वल टाइम इंटरवल दे विच इक्वल डिस्टेंस ट्रैवल करते हैं, ठीक है। मतलब पहले सैकेंड दे विच मैंने 1 मीटर दूरी तय की, दूजे सैकेंड दे विच भी मैंने 1 मीटर दूरी तय की, तीसरे सैकेंड दे विच भी मैंने 1 मीटर दूरी तय की। मतलब इक्वल टाइम इंटरवल दे विच आपां इक्वल डिस्टेंस अगर ट्रैवल करते हैं तो उसनों आपां कहने भी पार्टिकल यूनीफॉर्म विलोसिटी नाल मूव कर रहे हैं, ठीक है। समझ आया यूनीफॉर्म विलोसिटी। उस तो बाद है यूनीफॉर्म एक्सीलरेशन। यूनीफॉर्म एक्सीलरेशन की है कि ते अगर इक्वल इन टाइम इंटरवल दे विच विलोसिटी इक्वल अमाउंट दे नाल चेंज हो रही है, मीनस फर्स्ट टी 1 सैकेंड, फर्स्ट 1 सैकेंड दे विच विलोसिटी सी 2 मीटर पर सैकेंड,
दूसरे सेकंड ਦੇ ਵਿੱਚ ਵੈਲੋਸਿਟੀ ਸੀ 4 ਮੀਟਰ ਪਰ ਸੈਕਿੰਡ, ਤੀਸਰੇ ਸੈਕਿੰਡ ਦੇ ਵਿੱਚ ਵੈਲੋਸਿਟੀ 6 ਮੀਟਰ ਪਰ ਸੈਕਿੰਡ, ਚੌਥੇ ਸੈਕਿੰਡ 'ਚ ਵੈਲੋਸਿਟੀ 2 ਮੀਟਰ ਪਰ ਸੈਕਿੰਡ। ਹਰ ਸੈਕਿੰਡ ਦੇ ਵਿੱਚ ਵੈਲੋਸਿਟੀ 2-2 ਮੀਟਰ ਪਰ ਸੈਕਿੰਡ ਵੱਧਦੀ ਜਾ ਰਹੀ ਹੈ, ਠੀਕ ਹੈ, ਇਕੁਅਲ ਅਮਾਊਂਟ ਨਾਲ ਚੇਂਜ ਹੋ ਰਹੀ ਹੈ ਹਰ ਇੰਟਰਵਲ ਦੇ ਵਿੱਚ। ਤਾਂ ਉਸ ਚੀਜ਼ ਨੂੰ ਆਪਾਂ ਕੀ ਕਵਾਂਗੇ, ਯੂਨੀਫਾਰਮ ਐਕਸੀਲਰੇਸ਼ਨ, ਠੀਕ ਹੈ। ਅਗਰ ਹਰ ਇਕੁਅਲ ਟਾਈਮ ਇੰਟਰਵਲ ਦੇ ਵਿੱਚ ਵੈਲੋਸਿਟੀ ਇਕੁਅਲ ਅਮਾਊਂਟ ਦੇ ਨਾਲ ਚੇਂਜ ਹੋ, ਅਗਰ ਇਕੁਅਲ ਟਾਈਮ ਇੰਟਰਵਲ ਦੇ ਵਿੱਚ ਵੈਲੋਸਿਟੀ ਇਕੁਅਲ ਅਮਾਊਂਟ ਦੇ ਨਾਲ ਚੇਂਜ ਹੋ ਤਾਂ ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ, ਯੂਨੀਫਾਰਮ ਐਕਸੀਲਰੇਸ਼ਨ, ਠੀਕ ਹੈ। ਹੁਣ ਆਪਾਂ ਜੋ ਟਰਮਸ ਪੜ੍ਹੀਆਂ, डिस्टेंस, डिसप्लेसमेंट, ਵੈਲੋਸਿਟੀ, ਐਕਸੀਲਰੇਸ਼ਨ, ਜੋ ਡਿਸਟੈਂਸ ਜਾਂ ਡਿਸਪਲੇਸਮੈਂਟ ਹੋਏਗਾ ਇਸਨੂੰ ਤੁਹਾਡੇ ਚੈਪਟਰ ਦੇ ਵਿੱਚ ਐਸ ਜਾਂ ਐਕਸ ਨਾਲ ਡੋਨੇਟ ਕਰਨਗੇ। ਡਿਸਟੈਂਸ ਨੂੰ ਜਾਂ ਤਾਂ ਐਸ ਲਿਖਿਆ ਹੋਏਗਾ ਜਾਂ ਕੀ ਲਿਖਿਆ ਹੋਏਗਾ, ਐਕਸ ਲਿਖਿਆ ਹੋਏਗਾ, ਠੀਕ ਹੈ। ਔਰ ਵੈਲੋਸਿਟੀ ਕੀ ਹੈ, ਰੇਟ ਆਫ ਚੇਂਜ ਆਫ ਡਿਸਪਲੇਸਮੈਂਟ ਮੀਨਸ ਇਟ ਇਜ਼ ds अपॉन dt। एस की है डिसप्लेसमेंट, ds अपॉन dt की होएगा ਵੈਲੋਸਿਟੀ। ਔਰ ਐਕਸੀਲਰੇਸ਼ਨ ਕੀ ਹੋਏਗਾ, ਰੇਟ ਆਫ ਚੇਂਜ ਆਫ ਵੈਲੋਸਿਟੀ ਉਹ dv अपॉन dt ਦੇ ਇਕੁਅਲ ਹੋਏਗਾ। ਅਗਰ ਆਪਾਂ v ਦੀ ਵੈਲਿਊ ਇੱਥੇ ds अपॉन dt ਭਰ ਦਈਏ ਤਾਂ ਐਕਸੀਲਰੇਸ਼ਨ d ਸਕੁਆਇਰ s अपॉन dt ਸਕੁਆਇਰ ਵੀ ਬਣ ਜਾਏਗਾ। ਇੱਥੇ ਲਿਖਿਆ ਹੋਇਆ ਨਾ d ਸਕੁਆਇਰ s अपॉन dt ਸਕੁਆਇਰ, ਠੀਕ ਹੈ। ਔਰ ਅਗਰ ਜੋ ਐਕਸੀਲਰੇਸ਼ਨ ਹੈ ਉਹ dv अपॉन dt ਦੇ ਇਕੁਅਲ ਤਾਂ ਹੁੰਦਾ ਹੀ ਹੈ, ਰਾਈਟ। ਅਗਰ ਆਪਾਂ ਇੱਥੇ ਆ ਦੇਖੋ ds अपॉन ds ਨਾਲ ਉੱਪਰ ਨੀਚੇ ਮਲਟੀਪਲਾਈ ਡਿਵਾਈਡ ਕਰ ਦਈਏ, ਆ ਕੀਤਾ ਨਾ, ds ਨਾਲ ਮਲਟੀਪਲਾਈ ਵੀ ਕਰਤਾ, ਡਿਵਾਈਡ ਵੀ ਕਰਤਾ। ਇਸ ds अपॉन dt ਨੂੰ ਆਪਾਂ ਕੀ ਲਿਖ ਸਕਦੇ ਹਾਂ, ਇੱਥੋਂ ਵੈਲੋਸਿਟੀ ਲਿਖ ਸਕਦੇ ਹਾਂ। ਤਾਂ ਜੋ ਐਕਸੀਲਰੇਸ਼ਨ ਹੈ ਉਹ v dv अपॉन ds ਦੇ ਇਕੁਅਲ ਵੀ ਹੋ ਸਕਦਾ ਹੈ, ਠੀਕ ਹੈ। ਓਵਰਆਲ ਫਾਰਮੂਲਾ ਦੇਖੋ, ਵੈਲੋਸਿਟੀ ਲਈ ਤਾਂ ਇੱਕੋ ਹੀ ਫਾਰਮੂਲਾ ds अपॉन dt। ਜੋ ਐਕਸੀਲਰੇਸ਼ਨ ਹੈ, ਐਕਸੀਲਰੇਸ਼ਨ ਦੇ ਲਈ ਫਾਰਮੂਲਾ ਜਾਂ ਤਾਂ d ਸਕੁਆਇਰ s अपॉन dt ਸਕੁਆਇਰ ਯੂਜ਼ ਕਰ ਸਕਦੇ ਹਾਂ ਜਾਂ v dv अपॉन ds ਯੂਜ਼ ਕਰ ਸਕਦੇ ਹਾਂ। ਜਦੋਂ ਟਾਈਮ ਨੂੰ ਨਹੀਂ ਇਨਵੋਲਵ ਕਰਨਾ ਤਾਂ v dv अपॉन ds ਯੂਜ਼ ਕਰ ਲਓ, ਠੀਕ ਹੈ। ਅਦਰਵਾਈਜ਼ ਕੀ ਕਰੋ, d ਸਕੁਆਇਰ s अपॉन dt ਸਕੁਆਇਰ ਯੂਜ਼ ਕਰੋ, ਠੀਕ ਹੈ। ਹੁਣ ਆਪਾਂ ਵੈਲੋਸਿਟੀ ਔਰ ਐਕਸੀਲਰੇਸ਼ਨ ਦੇ ਯੂਨਿਟਸ ਦੀ ਗੱਲ ਕਰਦੇ ਹਾਂ ਕਿ ਯੂਨਿਟਸ ਕੀ ਹੋਣਗੀਆਂ। ਯੂਨਿਟਸ ਦੇ ਲਈ ਮੇਨਲੀ ਦੋ ਸਿਸਟਮ ਯੂਜ਼ ਕੀਤੇ ਜਾਂਦੇ ਆ, ਜਾਂ ਤਾਂ CGS ਸਿਸਟਮ ਜਾਂ MKS ਸਿਸਟਮ। CGS ਸਿਸਟਮ ਕੀ ਹੈ, C मतलब सेंटीमीटर, G मतलब ग्राम, S मतलब ਸੈਕਿੰਡ। ਸੈਂਟੀਮੀਟਰ ਜੋ ਹੈ ਉਹ ਲੈਂਥ ਲਈ, ਡਿਸਟੈਂਸ ਲਈ, ਡਿਸਪਲੇਸਮੈਂਟ ਲਈ ਯੂਜ਼ ਹੁੰਦਾ ਹੈ। ਮੀਨਸ CGS ਸਿਸਟਮ ਦੇ ਵਿੱਚ ਜੋ ਲੈਂਥ, ਡਿਸਟੈਂਸ ਜਾਂ ਡਿਸਪਲੇਸਮੈਂਟ ਹੋਊਗਾ ਉਹ ਸੈਂਟੀਮੀਟਰ ਦੇ ਵਿੱਚ ਮੈਸ਼ਰ ਹੋਏਗਾ, ਔਰ ਜੋ ਆਪਣਾ ਮਾਸ ਹੈ ਉਹ ਗ੍ਰਾਮਸ ਦੇ ਵਿੱਚ ਮੈਸ਼ਰ ਹੋਏਗਾ, ਟਾਈਮ ਜੋ ਹੈ ਉਹ ਸੈਕਿੰਡਸ ਦੇ ਵਿੱਚ ਮੈਸ਼ਰ ਹੋਏਗਾ। ਔਰ MKS ਸਿਸਟਮ ਮਤਲਬ M ਮੀਨਸ ਮੀਟਰ, K ਮੀਨਸ ਕਿਲੋਗ੍ਰਾਮ, S ਮੀਨਸ ਸੈਕਿੰਡ। ਇਹਦੇ ਵਿੱਚ ਜੋ ਲੈਂਥ, ਡਿਸਟੈਂਸ ਔਰ ਡਿਸਪਲੇਸਮੈਂਟ ਹੈ ਉਹ ਮੀਟਰ ਦੇ ਵਿੱਚ ਮੈਸ਼ਰ ਹੋਣਗੇ, ਔਰ ਜੋ ਮਾਸ ਹੈ ਉਹ ਕਿਲੋਗ੍ਰਾਮ ਦੇ ਵਿੱਚ ਮੈਸ਼ਰ ਹੋਏਗਾ, ਔਰ ਜੋ ਟਾਈਮ ਹੈ ਉਹ ਸੈਕਿੰਡਸ ਦੇ ਵਿੱਚ ਮੈਸ਼ਰ ਹੋਏਗਾ, ਠੀਕ ਹੈ। CGS ਸਿਸਟਮ ਦੇ ਵਿੱਚ ਜੋ ਆਪਣੇ ਕੋਲ ਵੈਲੋਸਿਟੀ ਹੈ ਉਹਦੇ ਯੂਨਿਟਸ ਹੁੰਦੇ ਸੈਂਟੀਮੀਟਰ ਪਰ ਸੈਕਿੰਡ ਐਂਡ ਐਕਸੀਲਰੇਸ਼ਨ ਦੇ ਯੂਨਿਟ ਹੁੰਦੇ ਸੈਂਟੀਮੀਟਰ ਪਰ ਸੈਕਿੰਡ ਸਕੁਆਇਰ। ਔਰ MKS ਸਿਸਟਮ ਦੇ ਵਿੱਚ ਜੋ ਵੈਲੋਸਿਟੀ ਹੈ ਉਹਦੇ ਯੂਨਿਟਸ ਹੈ ਮੀਟਰ ਪਰ ਸੈਕਿੰਡ ਔਰ ਐਕਸੀਲਰੇਸ਼ਨ ਦੇ ਯੂਨਿਟਸ ਹੈ ਮੀਟਰ ਪਰ ਸੈਕਿੰਡ ਸਕੁਆਇਰ, ਰਾਈਟ। ਹੁਣ ਆਪਾਂ ਐਗਜ਼ਾਮਪਲਸ ਕਰਦੇ ਹਾਂ। ਮੇਨਲੀ ਪੂਰੀ ਐਕਸਰਸਾਈਜ਼ ਦੇ ਵਿੱਚ, ਸਾਰੀ ਐਗਜ਼ਾਮਪਲਸ ਦੇ ਵਿੱਚ ਦੋ ਹੀ ਫਾਰਮੂਲੇ ਬਾਰ ਯੂਜ਼ ਹੋਣਗੇ, ਔਰ ਉਹ ਕੀ ਹੈ, ਵੈਲੋਸਿਟੀ ਇਜ਼ ਇਕੁਅਲ ਟੂ ਰੇਟ ਆਫ ਚੇਂਜ ਆਫ ਡਿਸਪਲੇਸਮੈਂਟ ਮਤਲਬ ds अपॉन dt, ਐਂਡ ਐਕਸੀਲਰੇਸ਼ਨ ਇਜ਼ ਇਕੁਅਲ ਟੂ d ਸਕੁਆਇਰ s अपॉन dt ਸਕੁਆਇਰ ਜਾਂ dv अपॉन dt ਜਾਂ v dv अपॉन ds। ਐਕਸੀਲਰੇਸ਼ਨ ਦੇ ਇਹ ਫਾਰਮੂਲੇ ਯੂਜ਼ ਹੋਣਗੇ, ਰਾਈਟ। ਔਰ ਹਾਂ, ਅਗਰ ਤੁਹਾਨੂੰ ਕਹਿ ਦੇਣ ਕਿ ਪਾਰਟੀਕਲ ਰੈਸਟ ਦੇ ਵਿੱਚ ਹੈ, ਰੈਸਟ ਦਾ ਮਤਲਬ ਕੀ ਹੈ ਕਿ ਉਹ ਮੂਵ ਨਹੀਂ ਕਰ ਰਿਹਾ, ਮੂਵ ਨਹੀਂ ਕਰ ਰਿਹਾ ਮਤਲਬ ਕੀ ਹੈ, ਵੈਲੋਸਿਟੀ ਕੀ ਹੋਏਗੀ, 0, ਰਾਈਟ। ਹੁਣ ਆਪਾਂ ਐਗਜ਼ਾਮਪਲਸ ਦੇਖਦੇ ਹਾਂ ਇੱਕ ਦੋ, ਫਿਰ ਤੁਹਾਨੂੰ ਜ਼ਿਆਦਾ ਕਲੀਅਰ ਹੋ ਜੂ ਕਨਸੈਪਟ, ਠੀਕ ਹੈ। फर्स्ट एग्जाम्पल है, a particle is moving along a coordinate line such that its position at any time t is given by this relation। ਇਹ ਰਿਲੇਸ਼ਨ ਦਿੱਤਾ ਹੈ x ਔਰ t ਦੇ ਵਿੱਚ। ਆਪਾਂ ਪਤਾ ਕੀ ਕਰਨਾ, ਆਪਾਂ ਵੈਲੋਸਿਟੀ, ਸਪੀਡ, ਐਕਸੀਲਰੇਸ਼ਨ ਇਹ ਸਭ ਪਤਾ ਕਰਨਾ ਹੈ, ਔਰ ਕਦੋਂ ਪਤਾ ਕਰਨਾ, ਜਦੋਂ ਟਾਈਮ 1 ਸੈਕਿੰਡ ਦਿੱਤਾ ਹੋਇਆ ਹੈ, when t is equal to 1। ਜੋ ਵੈਲੋਸਿਟੀ ਹੈ, x ਦਾ ਮਤਲਬ ਕੀ ਹੈ, ਡਿਸਪਲੇਸਮੈਂਟ, ਡਿਸਟੈਂਸ ਇਹੀ ਹੁੰਦਾ ਹੈ। x ਦਾ ਮਤਲਬ ਸਪੋਜ਼ ਡਿਸਪਲੇਸਮੈਂਟ ਇੱਥੇ, ਠੀਕ ਹੈ। ਔਰ ਜੋ ਵੈਲੋਸਿਟੀ ਹੈ, ਵੈਲੋਸਿਟੀ ਕਿਹਦੇ ਇਕੁਅਲ ਹੁੰਦੀ ਹੈ, ਵੈਲੋਸਿਟੀ ਇਜ਼ ਦਾ ਰੇਟ ਆਫ ਚੇਂਜ ਆਫ ਡਿਸਪਲੇਸਮੈਂਟ, ਮਤਲਬ x ਦਾ ਡੈਰੀਵੇਟਿਵ ਕੀ ਹੋਏਗਾ, ਵੈਲੋਸਿਟੀ, ਠੀਕ ਹੈ, ਵਿਦ ਰਿਸਪੈਕਟ ਟੂ ਵਟ, ਵਿਦ ਰਿਸਪੈਕਟ ਟੂ ਟਾਈਮ। मतलब
इसका डेरीवेटिव करके की आजू वेलोसिटी आजू, और इसका डेरीवेटिव की होएगा 3t² माइनस 18। वेलोसिटी पता करनी है जो टाइम 1 सेकेंड है, इस दे विच t ਨੂੰ 1 पुट कर दो तो 3 माइनस 18 माइनस 15 की आजू वेलोसिटी। वेलोसिटी पता होगी। स्पीड की है, स्पीड हुंदी है वेलोसिटी दी मैगनीट्यूड, स्पीड हुंदी है वेलोसिटी दी मैगनीट्यूड, मतलब माइनस साइन इग्नोर कर दो, माइनस साइन इत्थे डायरैक्शन नू रिप्रजेंट कर रहा है, बट स्पीड की हुंदी है जस्ट मैगनीट्यूड ऑफ वेलोसिटी, और वेलोसिटी दी मैगनीट्यूड कितनी है 15, तो स्पीड कितनी आजू 15। ठीक है, स्पीड आ जाएगी अपनी 15 यूनिट्स, वेलोसिटी की आ जाएगी -15। नैक्सट आप गल करते हैं एक्सीलरेशन की। एक्सीलरेशन की होंगी है, एक्सीलरेशन होंगे वेलोसिटी का चेंज, मतलब dv/dt, और जो वेलोसिटी है वो 3t² / 18 है, मतलब इसका डेरीवेटिव विद रिस्पेक्ट टू टाइम की आएगा एक्सीलरेशन, इसका डेरीवेटिव क्या आएगा 6t है अपने कोल की आ गया एक्सीलरेशन। पर आप पता कितने करना है, t = 1, इतने t ਨੂੰ 1 पुट कर देंगे तो 6 यूनिट्स की आजू अपना एक्सीलरेशन। ठीक है, नैक्सट आप एक होर चीज़ भी पता करनी है, कहते ऑल्सो फाइंड एक्सीलरेशन व्हेन पार्टिकल कम टू रेस्ट। व्हेन पार्टिकल कम टू रेस्ट का मतलब की है, मतलब पार्टिकल रेस्ट ते आ गया, मतलब पार्टिकल मूव नहीं कर रहा, कोई मोशन नहीं है, मतलब वेलोसिटी की होएगी 0। वेलोसिटी है किस दे इक्वल सी 3t² माइनस 18 ਦੇ इक्वल सी। 3t² माइनस 18 ਨੂੰ ਆਪਾਂ 0 ਦੇ इक्वल रख ਲੈਂਦੇ ਆ। 3t² माइनस 18 ਨੂੰ ਜਦੋਂ 0 ਦੇ इक्वल ਰੱਖਿਆ, t² ਦੀ ਵੈਲਿਊ 6 ਆ ਗਈ, ਮਤਲਬ t ਦੀ ਵੈਲਿਊ +-√6 ਆ ਗਈ, ਬਟ ਟਾਈਮ ਕਦੇ ਨੈਗੇਟਿਵ ਤਾਂ ਹੁੰਦਾ ਹੀ ਨਹੀਂ, ਤਾਂ -√6 ਨੂੰ ਆਪਾਂ ਇਗਨੋਰ ਕਰ ਦਾਂਗੇ, t ਦੀ ਵੈਲਿਊ +√6 ਆ ਜੂ। ਆਪਾਂ ਪਤਾ ਕਰਨਾ ਸੀ ਐਕਸੀਲਰੇਸ਼ਨ ਵੈਨ ਪਾਰਟੀਕਲ ਕਮ ਟੂ ਰੈਸਟ। ਪਾਰਟੀਕਲ ਰੈਸਟ ਪੋਜੀਸ਼ਨ ਤੇ ਕਦੋਂ ਆਊਗਾ, ਜਦੋਂ ਟਾਈਮ √6 ਹੈ, ਆਪਾਂ ਹੁਣ ਹੀ ਨਿਕਾਲਿਆ। ਤਾਂ ਕਹਿੰਦੇ t = √6 ਤੇ ਐਕਸੀਲਰੇਸ਼ਨ ਕੀ ਹੋਊਗਾ, एक्सीलरेशन वैसे कि इक्वल है 60 दे, इत्थे आप टी नू की पुट कर देंगे √6 पुट कर देंगे, तो एक्सीलरेशन कि इक्वल आ जाएगा 6√6 के बराबर आ जाएगा। वैन पार्टिकल रेस्ट दे विच, जदों पार्टिकल रेस्ट दे विच होएगा उदों जो एक्सीलरेशन है वो 6√6 यूनिट्स के बराबर आ जाएगा। ठीक है, ਹੁਣ ਆਪਾਂ ਨੈਕਸਟ एग्जाम्पल देखते हैं। नैक्सट एग्जाम्पल की है, इफ अ पार्टिकल इज मूविंग इन अ स्ट्रेट लाइन which follows the relation t = ax² + bx + c where a is the positive, show that the particle describe negative acceleration which is proportional to the cube of the velocity at any time t। ਇਹਨਾਂ ਨੇ ਕੀ ਸ਼ੋ ਕਰਨ ਲਈ ਕਿਹਾ, ਦੇਖੋ ਆ ਤਾਂ ਰਿਲੇਸ਼ਨ ਦਿੱਤਾ ਆਪਾਂ ਨੂੰ ਟਾਈਮ ਔਰ ਡਿਸਪਲੇਸਮੈਂਟ ਦੇ ਵਿੱਚ ਇਹਨਾਂ ਨੇ ਰਿਲੇਸ਼ਨ ਦੇ ਰੱਖਿਆ ਇੱਕ। ਠੀਕ ਹੈ, ਆਪਾਂ ਸ਼ੋ ਕੀ ਕਰਨਾ ਹੈ, ਆਪਾਂ ਸ਼ੋ ਕਰਨਾ ਹੈ ਵੀ ਪਾਰਟੀਕਲ ਜੋ ਹੈ ਉਸਦਾ ਜੋ ਐਕਸੀਲਰੇਸ਼ਨ ਹੈ ਉਹ ਇੱਕ ਤਾਂ ਨੈਗੇਟਿਵ ਹੈ, एक्सीलरेशन की है नेगेटिव है, एक तो ए शो करना है एंड इज प्रोपोर्शनल टू द क्यूब ऑफ द वेलोसिटी, मतलब सम कांस्टेंट टाइम क्यूब ऑफ वेलोसिटी है। ठीक है, अगर इत्थे वर्ड हुंदा इनवर्सली तो आपां कुछ इदां शो करदे। ठीक है, देखो x इज़ प्रपोर्शनल टू y का मतलब की है, x इज़ अ कॉन्स्टेंट मल्टीपल ऑफ y एंड x इज़ इनवर्सली प्रपोर्शनल टू y का मतलब की है, x इज़ अ कॉन्स्टेंट मल्टीपल ऑफ 1/y। अगर इत्थे वर्ड हुंदा ना इनवर्सली प्रपोर्शनल टू क्यूब ऑफ वेलोसिटी तो आपां ये चीज़ शो करते 1/v³, बट इत्थे प्रपोर्शनल है तो आपां की शो करांगे कि एक्सीलरेशन नैगेटिव एक तो शो करना है एंड इज़ प्रपोर्शनल टू v³, मतलब इट्स अ कॉन्स्टेंट मल्टीपल ऑफ v³। ये चीज़ आप शो करनी है, वेलोसिटी के क्यूब का कॉन्स्टेंट मल्टीपल एक तो ये चीज़ शो करनी है, दसना कि एक्सीलरेशन नैगेटिव है। ठीक है, आपको रिलेशन दिता है। सब तो पहला आप की करांगे क्वेश्चन ਨੂੰ स्टार्ट करने के लिए इस रिलेशन का विद रिस्पेक्ट टू टाइम डेरीवेटिव करांगे। t का डेरीवेटिव क्या आ जाऊगा 1, x² का डेरीवेटिव क्या आ जाएगा 2x, फिर x का भी डेरीवेटिव करांगे विद रिस्पेक्ट टू टाइम विच इज़ dx/dt प्लस b dx/dt, c इज़ अ कॉन्स्टेंट, ਉਹਦਾ डेरीवेटिव क्या आ जाऊ 0, a b c ਇੱਥੇ कॉन्स्टेंट है। ਹੁਣ ਆਪਾਂ ਕੀ ਕੀਤਾ, ਇੱਥੋਂ dx/dt ਦੀ ਵੈਲਿਊ ਨਿਕਾਲ ਲਈ ਔਰ ਉਹ ਆ ਜਾਏਗੀ 1/2ax + b, ਇਹ ਆਪਣੇ ਕੋਲ dx/dt ਦੀ ਵੈਲਿਊ ਆ ਜਾਏਗੀ, ਰਾਈਟ। ਬਟ ਆਪਾਂ ਕੀ ਪਤਾ ਕਰਨਾ ਹੈ एक्सीलरेशन। एक्सीलरेशन ਕਿਹਦੇ ਇਕੁਅਲ ਹੁੰਦਾ ਹੈ, एक्सीलरेशन ਇਕੁਅਲ ਹੁੰਦਾ d²s/dt² ਦੇ ਇਕੁਅਲ ਹੁੰਦਾ, मतलब ਇਸ ਦਾ ਇੱਕ ਵਾਰੀ ਡੈਰੀਵੇਟਿਵ ਹੋਰ ਕਰਨਾ ਪੜੇਗਾ। इसका आप डिवाइड रूल नाल u/v रूल दे नाल इसका आप एक बारी होर डेरीवेटिव किया, जो होर
और डेरीवेटिव कितना नीचे आ जाएगा वी स्क्वायर, वी नू एज इट इज रखा, यू उपर वाले का डेरीवेटिव क्या आ जाएगा 0 -1, नीचे डिनोमीनेटर का डेरीवेटिव क्या आ जाएगा 2a, एक्स का डेरीवेटिव डी एक्स अपॉन डी टी, और ए जीरो नाल मल्टीप्लाई की वाली चीज़ तो खत्म ही हो जाएगी, जीरो ही आ जाएगी, और डी एक्स अपॉन डी टी की आ वैल्यू चक के इत्थे पुट कर देंगे और वो आ जाएगा -2a अपॉन 2x प्लस बी द होल स्क्वायर इंटू 1 अपॉन 2ax प्लस बी। मतलब इस चीज़ को जो सॉल्व करोगे वो आ जाएगा -2a अपॉन 2ax प्लस बी क्यूब, ठीक है, और 1 अपॉन 2ax प्लस बी क्यूब की वैल्यू की है विलोसिटी, ये विलोसिटी के इक्वल है ना, एक सेकेंड, ए वाली चीज़ विलोसिटी के इक्वल है डी एक्स अपॉन डी टी, विलोसिटी की वैल्यू की है 1 अपॉन 2ax प्लस बी, और वी क्यूब की वैल्यू की होएगी 1 अपॉन 2ax प्लस बी द क्यूब, ठीक है। तो इस चीज़ की वैल्यू आपां वी क्यूब इत्थे पुट करती, मतलब एक तो एक्सीलरेशन नैगेटिव शो करना सी, ओ हो गया एक्सीलरेशन नैगेटिव हो गया, एक एक्सीलरेशन किदे प्रोपोर्शनल हो गया वी क्यूब दे हो गया, वो चीज़ आपां शो करती, 2a नू केलट करता, जो शो करना सी वो हो गया, ठीक है। इस तरीके नाल आपां इन्हां प्रॉब्लम्स नू डील करांगे। हुण तुसीं की करना है, एक तो लैक्चर देखना है, इसनू अच्छी तरह नोट कर लेना है, और उस तो बाद एक्सरसाइज के क्वेश्चन की प्रैक्टिस करनी है, ठीक है रजे। थैंक्स फॉर वॉचिंग वीडियो।